ਜਸਟਿਨ ਟਰੂਡੋ ਸਰਕਾਰ ਦੇ ਵੱਲੋਂ ਕੈਨੇਡਾ ਵਾਸੀਆਂ ਦੇ ਲਈ ਸੰਦੇਸ਼ ਦਿੱਤਾ ਗਿਆ ਹੈ ਕਿ ਇਹ ਟਰੈਵਲ ਕਰਨ ਦਾ ਸਹੀ ਸਮਾਂ ਨਹੀਂ ਹੈ। ਅੱਜ ਅੱਧੀ ਰਾਤ ਤੋਂ ਕੈਨੇਡਾ ਦੇ ਵਿੱਚ ਕੋਵਿਡ-19 ਦੇ ਕਰਕੇ ਜੋ ਹੋਟਲ ਕੁਆਰੰਟਾਈਨ ਦੀ ਹਦਾਇਤ ਹੈ ਉਹ ਵੀ ਲਾਗੂ ਹੋ ਰਹੀ ਹੈ। ਇਸ ਦੌਰਾਨ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜੋ ਨਵੀਂ ਹਦਾਇਤ ਹੈ ਇਹ ਉਸੇ ਟੀਚੇ ਦਾ ਹਿੱਸਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਸੰਦੇਸ਼ ਪਹੁੰਚਾਇਆ ਜਾ ਸਕੇ ਕਿ ਇਸ ਸਮੇਂ ਨਾਨ ਐਸੈਂਸ਼ੀਅਲ ਟਰੈਵਲ ਨਾ ਕੀਤਾ ਜਾਵੇ, ਯਾਨੀ ਕਿ ਜੋ ਯਾਤਰਾ ਗੈਰ ਜ਼ਰੂਰੀ ਹੈ ਉਹ ਨਾ ਕੀਤੀ ਜਾਵੇ। ਤੇ ਇਸ ਸਮੇਂ ਕੋਵਿਡ-19 ਦੇ ਜੋ ਨਵੇਂ ਵੇਰੀਐਂਟ ਫੈਲ ਰਹੇ ਨੇ ਉਹਨਾਂ ਦੇ ਉੱਤੇ ਛੇਤੀ ਤੋਂ ਛੇਤੀ ਕਾਬੂ ਪਾਉਣ ਦੇ ਵਾਸਤੇ ਇਹ ਕਦਮ ਚੁੱਕੇ ਜਾ ਰਹੇ ਨੇ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ 3 ਤੋਂ ਵੱਧ ਇਸ ਸਮੇਂ ਕੈਨੇਡਾ ਭਰ ਦੇ ਵਿੱਚ ਜੋ ਵੱਖੋ-ਵੱਖਰੇ ਨਵੇਂ ਵੇਰੀਐਂਟ ਨੇ ਉਹਨਾਂ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ। ਕਈ ਸਕੂਲਾਂ ਦੇ ਵਿੱਚ ਵੀ ਇਹਨਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜੇਕਰ ਕੋਈ ਹਵਾਈ ਸਫ਼ਰ ਦੇ ਰਾਹੀਂ ਆ ਰਿਹਾ ਹੈ ਤਾਂ ਉਹਨਾਂ ਨੂੰ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ ਤੇ ਉਸ ਤੋਂ ਪਹਿਲਾਂ 에ਅਰਪੋਰਟ ਦੇ ਉੱਤੇ ਕੋਵਿਡ-19 ਦਾ ਟੈਸਟ ਵੀ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ $2000 ਤੱਕ ਦਾ ਖਰਚਾ ਹੋ ਸਕਦਾ ਹੈ, ਪਰ ਜੋ ਹੁਣ ਤੱਕ ਵੱਖੋ ਵੱਖਰੇ ਰੇਟ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਇਹੋ ਹੈ ਕਿ $2000 ਤੋਂ ਕੀਮਤ ਕਾਫੀ ਘੱਟ ਦੱਸੀ ਗਈ ਹੈ। ਪਰ ਇੱਥੇ ਇਹ ਵੀ ਹੈ ਕਿ ਹੋਟਲ ਐਸੋਸੀਏਸ਼ਨ ਆਫ ਕੈਨੇਡਾ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਹੋਟਲਸ ਦਾ ਖਰਚਾ ਹੈ ਉਹ ਵੱਖੋ ਵੱਖਰੇ ਹੋਟਲ ਦੇ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਖਰਚੇ ਦੇ ਵਿੱਚ ਯਾਤਰੀਆਂ ਨੂੰ ਰੱਖਦੇ ਨੇ ਤੇ ਸਹੂਲਤ ਦਿੰਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਹੋਟਲਸ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ, ਜਿਸ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਕਈ ਸ਼ਰਤਾਂ ਰੱਖੀਆਂ ਗਈਆਂ ਸਨ ਤੇ ਉਹਨਾਂ ਸ਼ਰਤਾਂ ਨੂੰ ਜਿਨ੍ਹਾਂ ਨੇ ਪੂਰਾ ਕੀਤਾ ਉਹਨਾਂ ਹੋਟਲਸ ਨੂੰ ਹੀ ਹਰੀ ਝੰਡੀ ਮਿਲੀ ਹੈ ਕਿ ਉੱਥੇ ਹਵਾਈ ਸਫ਼ਰ ਕੀਤੇ ਜਾਣ ਤੋਂ ਬਾਅਦ ਆਉਣ ਵਾਲੇ ਵਿਅਕਤੀ ਨੇ ਜੋ ਬਾਹਰਲੇ ਮੁਲਕਾਂ ਤੋਂ ਆ ਰਹੇ ਨੇ ਉਹ ਰਹਿ ਸਕਦੇ ਨੇ 3 ਦਿਨ ਦੇ ਵਾਸਤੇ ਤੇ ਕੋਵਿਡ-19 ਦੀ ਰਿਪੋਰਟ ਦੀ ਉਡੀਕ ਉਹਨਾਂ ਨੂੰ ਕਰਨੀ ਪਵੇਗੀ। ਇੱਥੇ ਵੀ ਜ਼ਿਕਰਯੋਗ ਹੈ ਕਿ ਖਾਣ ਪੀਣ ਦੇ ਖਰਚੇ ਦੇ ਸਮੇਤ 에ਅਰਪੋਰਟ ਤੋਂ ਹੋਟਲ ਤੱਕ ਲਿਜਾਣ ਦਾ ਖਰਚਾ ਤੇ ਨਾਲ ਹੀ ਸਿਕਿਉਰਿਟੀ ਤੇ ਨਾਲ ਹੀ ਇਹ ਬਾਰ-ਬਾਰ ਧਿਆਨ ਰੱਖਣਾ ਕਿ ਕੋਈ ਵੀ ਹੋਟਲ ਦੇ ਵਿੱਚ ਰਹਿੰਦੇ ਹੋਏ ਵੀ ਕਮਰੇ ਤੋਂ ਬਾਹਰ ਨਾ ਆਵੇ ਤੇ ਕਿਸੇ ਹਦਾਇਤ ਦੀ ਉਲੰਘਣਾ ਨਾ ਕਰੇ। ਇਸ ਦੇ ਵਾਸਤੇ ਵੀ ਜੋ ਖਰਚਾ ਹੈ ਉਹ ਯਾਤਰੀਆਂ ਦੇ ਉੱਤੇ ਹੀ ਪਾਇਆ ਜਾਵੇਗਾ। ਯਾਤਰੀਆਂ ਦੇ ਵੱਲੋਂ ਕੱਲ ਤੋਂ ਆਪਣੇ ਅਨੁਭਵ ਇਸ ਦੇ ਬਾਰੇ ਸਾਂਝੇ ਕੀਤੇ ਜਾਣੇ ਸ਼ੁਰੂ ਹੋਣਗੇ ਤੇ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਜਾਵੇਗੀ ਆਪਣੇ ਅਨੁਭਵ ਤੋਂ ਗੱਲਾਂ ਸਾਂਝੀਆਂ ਕੀਤੀਆਂ ਜਾਣਗੀਆਂ, ਉਸ ਤੋਂ ਵੀ ਕਾਫੀ ਕੁਝ ਹੋਰ ਸਾਹਮਣੇ ਆਵੇਗਾ। ਫਿਲਹਾਲ ਤੱਕ ਇਹੋ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਅਪ੍ਰੈਲ 21 ਤੱਕ ਵੱਖੋ ਵੱਖਰੇ ਦੇਸ਼ਾਂ ਤੋਂ ਆਉਣ ਦੇ ਵਾਸਤੇ ਜੋ ਲੋਕਾਂ ਦੇ ਲਈ ਟਰੈਵਲ ਰੈਸਟ੍ਰਿਕਸ਼ਨ ਲਗਾਈ ਗਈ ਸੀ ਉਹ ਵੀ ਅੱਗੇ ਜਾਰੀ ਰੱਖੀ ਗਈ ਹੈ ਤੇ ਮਾਰਚ 21 ਤੱਕ ਕੈਨੇਡਾ ਤੇ ਅਮਰੀਕਾ ਦੇ ਜੋ ਬਾਰਡਰ ਨੇ ਉਹ ਵੀ ਬੰਦ ਨੇ। ਪਰ ਇੱਥੇ ਵੀ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵਾਸੀ ਜੋ ਕੈਨੇਡਾ ਤੋਂ ਬਾਹਰ ਇਸ ਸਮੇਂ ਗਏ ਹੋਏ ਨੇ ਤੇ ਉਹ ਕੈਨੇਡਾ ਵਾਪਸ ਆਉਂਦੇ ਦਿਨਾਂ ਦੇ ਵਿੱਚ ਆਉਣ ਵਾਲੇ ਨੇ। ਉਹਨਾਂ ਦੇ ਵੱਲੋਂ ਪਲਾਨ ਕੀਤਾ ਜਾ ਰਿਹਾ ਹੈ ਕਿ ਉਹ ਪਹਿਲਾਂ ਅਮਰੀਕਾ ਆਉਣਗੇ ਤੇ ਅਮਰੀਕਾ ਤੋਂ ਬਾਈ ਲੈਂਡ ਉਹ ਕੈਨੇਡਾ ਦੇ ਵਿੱਚ ਦਾਖਲ ਹੋਣਗੇ, ਕਿਉਂਕਿ ਬਾਈ ਲੈਂਡ ਜਿਹੜੇ ਵੀ ਵਿਅਕਤੀ ਕੈਨੇਡਾ ਵਿੱਚ ਦਾਖਲ ਹੋਣਗੇ ਉਹਨਾਂ ਦੇ ਵਾਸਤੇ ਹੋਟਲ ਕੁਆਰੰਟਾਈਨ ਦੀ ਹਦਾਇਤ ਲਾਗੂ ਨਹੀਂ ਹੁੰਦੀ, ਜਿਸ ਕਰਕੇ ਉਹ ਹੋਟਲ ਦੇ ਕੁਆਰੰਟਾਈਨ ਦੇ ਖਰਚੇ ਤੋਂ ਬਚ ਸਕਦੇ ਨੇ। ਪਰ ਫਿਰ ਵੀ ਆਪਣੇ ਘਰ ਦੇ ਵਿੱਚ ਤੇ ਜਿੱਥੇ ਵੀ 14 ਦਿਨ ਦੇ ਵਾਸਤੇ ਕੁਆਰੰਟਾਈਨ ਦਾ ਇੰਤਜ਼ਾਮ ਕੀਤਾ ਗਿਆ ਹੋਵੇਗਾ ਉੱਥੇ 14 ਦਿਨ ਵੱਖਰੇ ਤੌਰ ਦੇ ਉੱਤੇ ਰਹਿਣਾ ਲਾਜ਼ਮੀ ਹੈ। ਹੋਟਲ ਸਟਾਫ ਦੇ ਵੱਲੋਂ ਵੀ ਵੱਖੋ ਵੱਖਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੋਟਲ ਦੇ ਵਿੱਚ ਮਾਸਕ ਪਾਉਣੇ ਯਾਤਰੀਆਂ ਦੇ ਲਈ ਲਾਜ਼ਮੀ ਹੋਣਗੇ ਤੇ ਹੋਟਲ ਦੇ ਸਟਾਫ ਦੇ ਨਾਲ ਜਦੋਂ ਵੀ ਕਿਸੇ ਨੇ ਗੱਲਬਾਤ ਕਰਨੀ ਹੈ ਤਾਂ ਉਸ ਦੌਰਾਨ ਵੀ ਮਾਸਕ ਪਾਇਆ ਹੋਇਆ ਹੋਣਾ ਜ਼ਰੂਰੀ ਹੈ ਤੇ ਜਦੋਂ ਵੀ ਕਿਸੇ ਨੇ ਆਪਣੇ ਕਮਰੇ ਤੋਂ ਬਾਹਰ ਭੋਜਨ ਲੈਣ ਦੇ ਵਾਸਤੇ ਜਾਂ ਫਿਰ ਕੋਈ ਵੀ ਹੋਰ ਚੀਜ਼ ਲੈਣ ਦੇ ਵਾਸਤੇ ਬਾਹਰ ਨਿਕਲਣਾ ਹੈ ਤਾਂ ਉਸ ਮੌਕੇ ਵੀ ਮਾਸਕ ਪਾਇਆ ਹੋਣਾ ਲਾਜ਼ਮੀ ਹੈ। ਇੱਥੇ ਜ਼ਿਕਰਯੋਗ ਹੈ ਕਿ 14 ਦਿਨ ਦੇ ਵਾਸਤੇ ਜਿਨ੍ਹਾਂ ਦੇ ਵੱਲੋਂ ਘਰਾਂ ਦੇ ਵਿੱਚ ਕੁਆਰੰਟਾਈਨ ਵੀ ਕੀਤਾ ਜਾ ਰਿਹਾ ਹੈ ਤਾਂ ਉੱਥੇ ਜਾ ਕੇ ਵੀ ਅਧਿਕਾਰੀਆਂ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਕਿ ਵਿਅਕਤੀ 14 ਦਿਨ ਦੇ ਵਾਸਤੇ ਆਪਣੇ ਘਰ ਦੇ ਵਿੱਚ ਹੀ ਨੇ ਤੇ ਉਹ ਵੱਖਰੇ ਤੌਰ ਦੇ ਉੱਤੇ ਰਹਿ ਰਹੇ ਨੇ ਜਾਂ ਨਹੀਂ। ਫੈਡਰਲ ਸਰਕਾਰ ਦੇ ਵੱਲੋਂ ਇਸ ਦੇ ਵਾਸਤੇ ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ ਨੂੰ ਹਾਇਰ ਕੀਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਦੇ ਅਧਿਕਾਰੀ ਆਉਂਦੇ ਨੇ ਤੇ ਕੁਆਰੰਟਾਈਨ ਦੇ ਸਮੇਂ ਦੌਰਾਨ ਆਪ ਘਰ ਘਰ ਜਾ ਕੇ ਇਸ ਦੇ ਬਾਰੇ ਜਾਣਕਾਰੀ ਲੈ ਰਹੇ ਨੇ ਕਿ ਜੋ ਕੁਆਰੰਟਾਈਨ ਦੇ ਵਿੱਚ ਵਿਅਕਤੀ ਰਹਿ ਰਹੇ ਨੇ ਉਹ ਉਹਨਾਂ ਹਦਾਇਤਾਂ ਦੀ ਪਾਲਣਾ ਕਰ ਵੀ ਰਹੇ ਨੇ ਜਾਂ ਨਹੀਂ। ਇੱਥੇ ਜ਼ਿਕਰਯੋਗ ਹੈ ਕਿ ਜੋ ਵੀ 14 ਦਿਨ ਦੇ ਕੁਆਰੰਟਾਈਨ ਦੀ ਹਦਾਇਤ ਨੂੰ ਭੰਗ ਕਰਦਾ ਹੈ ਉਸ ਨੂੰ ਮੋਟਾ ਜੁਰਮਾਨਾ ਤਾਂ ਦੇਣਾ ਪਵੇਗਾ ਹੀ, ਸਗੋਂ ਜੇਲ੍ਹ ਵੀ ਜਾਣਾ ਪੈ ਸਕਦਾ ਹੈ।